ABC पंजाब ਦੇ ਖਾਸ ਬੁਲੇਟਿਨ ਦੇਸ਼ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ, ਔਰਤਾਂ ਤੋਂ ਡਰ ਰਹੀਆਂ ਨੇ ਵਿਰੋਧੀ ਧਿਰ ਪਾਰਟੀਆਂ। ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਬੋਲੇ, ਇੰਡੀਆ ਦਾ ਨਾਮ ਬਦਲ ਕੇ ਭਾਰਤ ਰੱਖਣਾ ਚਾਹੁੰਦੀ ਸੀ ਸਰਕਾਰ, ਲੇਕਿਨ ਐਨ ਮੌਕੇ ਮਹਿਲਾ ਰਾਖਵਾਂਕਰਨ ਬਿੱਲ ਕੀਤਾ ਗਿਆ ਪੇਸ਼। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਇਰਜ਼ ਕਾਨਫਰੰਸ ਬੋਲੇ, ਕਾਨੂੰਨ ਦੀ ਭਾਸ਼ਾ ਸਰਲ ਹੋਣੀ ਚਾਹੀਦੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਬੋਲੇ, ਨਵੀਂ ਸੰਸਦ ਨੂੰ ਮੋਦੀ ਮਲਟੀਪਲੈਕਸ ਕਹਿਣਾ ਚਾਹੀਦਾ ਹੈ। ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਮੈਂਬਰ ਦਾਨਿਸ਼ ਦੇ ਸਮਰਥਨ 'ਚ ਆਏ ਵਿਰੋਧੀ ਧਿਰਾਂ। ਵਨ ਨੇਸ਼ਨ ਵਨ ਇਲੈਕਸ਼ਨ ਕਮੇਟੀ ਦੀ ਪਹਿਲੀ ਮੀਟਿੰਗ ਖਤਮ। ਜਨਤਾ ਦਲ ਸੈਕੂਲਰ ਦਾ NDA 'ਚ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕ ਅਰਜੁਨ ਨੇ ਖੜਗੇ ਦਾ ਤੰਜ ਕਿਹਾ, ਹੁਣ ਪਾਰਟੀ ਨੂੰ ਆਪਣੇ ਨਾਲੋਂ ਸੈਕੂਲਰ ਸ਼ਬਦ ਹਟਾ ਲੈਣਾ ਚਾਹੀਦਾ। ਹੁਣ ਖਬਰਾਂ ਵਿਸਤਾਰ ਨਾਲ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 42ਵੇਂ ਦੌਰੇ ਤੇ ਸ਼ਨੀਵਾਰ ਵਾਰਾਣਸੀ ਪਹੁੰਚੇ। ਉੱਥੇ ਉਹਨਾਂ ਗੰਜਾਰੀ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਵੱਡਾ ਐਲਾਨ ਕੀਤਾ ਤੇ ਵਿਰੋਧੀਆਂ ਤੇ ਤੰਜ ਵੀ ਕੱਸੇ। ਉਹਨਾਂ ਨੇ ਔਰਤਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤੁਸੀਂ ਨਾਰੀ ਸ਼ਕਤੀ ਵੰਦਨ ਜਿਹੜਾ ਐਕਟ ਆ ਪਾਸ ਕੀਤਾ ਗਿਆ ਕਾਨੂੰਨ, ਉਹਦੇ ਹੱਕਦਾਰ ਹੋ। 3 ਦਹਾਕਿਆਂ ਤੋਂ ਇਹ ਕਾਨੂੰਨ ਅਟਕਿਆ ਹੋਇਆ ਸੀ। ਇਹ ਤੁਹਾਡੀ ਤਾਕਤ ਹੈ ਕਿ ਸੰਸਦ ਵਿੱਚ ਦੋਨਾਂ ਸਦਨਾਂ ਦੇ ਕਈ ਅਜਿਹੀਆਂ ਪਾਰਟੀਆਂ ਨੂੰ ਵੀ ਤੁਹਾਡੇ ਹੱਕ ਵਿੱਚ ਆਉਣਾ ਪਿਆ ਜੋ ਪਹਿਲਾਂ ਵਿਰੋਧ ਕਰਿਆ ਕਰਦੇ ਸੀ। ਉਹਨਾਂ ਕਿਹਾ ਕਿ ਤੁਹਾਡੀ ਮਾਤਾ ਭੈਣਾਂ ਦੀ ਜਾਗਰੂਕ ਅਤੇ ਇਕਜੁੱਟਤਾ ਦੇ ਕਾਰਨ ਹੀ ਪਾਰਲੀਮੈਂਟ ਤੇ ਰਾਜ ਸਭਾ 'ਚ ਬਿੱਲ ਪਾਸ ਹੋਏ ਨੇ। ਇਹੀ ਵਜ੍ਹਾ ਹੈ ਕਿ ਹਿੰਦੁਸਤਾਨ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਹੁਣ ਤੁਹਾਡੇ ਤੋਂ ਡਰ ਰਹੀਆਂ ਨੇ, ਕੰਬ ਰਹੀਆਂ ਨੇ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਏਅਰਪੋਰਟ ਤੇ ਗੰਜਾਰੀ ਸਥਿਤ ਜਨ ਸਭਾ ਸਥਾਨ ਤੇ ਹੈਲੀਕਾਪਟਰ ਰਾਹੀਂ ਪਹੁੰਚੇ। ਫਿਰ ਖੁੱਲੀ ਜੀਪ ਦੇ ਵਿੱਚ ਉਹ ਲੋਕਾਂ ਦੇ ਵਿਚਕਾਰ ਗਏ। ਸ਼ਿਵ ਧਾਮ ਜੈਸੇ ਇੰਟਰਨੈਸ਼ਨਲ ਸਟੇਡੀਅਮ ਦਾ ਉਹਨਾਂ ਨੇ ਉਦਘਾਟਨ ਕੀਤਾ। PM ਮੋਦੀ ਨੇ ਹਰ ਹਰ ਮਹਾਦੇਵ ਦੀ ਸਪੀਚ ਨਾਲ ਸ਼ੁਰੂਆਤ ਕੀਤੀ। ਫਿਰ ਭੋਜਪੁਰੀ ਵਿੱਚ ਕਿਹਾ ਕਿ ਅੱਜ ਫਿਰ ਬਨਾਰਸ ਆਵੇ ਦਾ ਮੌਕਾ ਮਿਲਲ ਹੈ, ਜੋ ਆਨੰਦ ਬਨਾਰਸ में वह कहीं नहीं है। ਮੋਦੀ ਨੇ ਕਿਹਾ ਕਿ ਇਹ ਸਟੇਡੀਅਮ ਨਾ ਸਿਰਫ ਵਾਰਾਣਸੀ ਬਲਕਿ ਪੂਰਵਾਂਚਲ ਦੇ ਨੌਜਵਾਨਾਂ ਲਈ ਵੀ ਵਰਦਾਨ ਸਾਬਤ ਹੋਵੇਗਾ। ਨੌਜਵਾਨ ਟੈਲੈਂਟ ਨੂੰ ਤਲਾਸ਼ਣਾ ਤੇ ਤਰਾਸ਼ਣਾ ਬਹੁਤ ਜ਼ਰੂਰੀ ਆ। ਜਦੋਂ ਦਾ ਇਸ ਸਟੇਡੀਅਮ ਦੀਆਂ ਤਸਵੀਰਾਂ ਬਾਹਰ ਆਈਆਂ ਨੇ, ਉਹਨਾਂ ਨੂੰ ਦੇਖ ਕੇ ਹਰ ਕਾਸ਼ੀਵਾਦੀ ਗਦਗਦ ਹੋ ਗਿਆ। ਇਹ ਸਟੇਡੀਅਮ ਸ਼ਿਵਾਜੀ ਨੂੰ ਸਮਰਪਿਤ ਹੈ, ਜਿੱਥੇ ਇੱਕ ਵਾਰ ਲੋਕ ਘੱਟੋ ਘੱਟ 30,000 ਲੋਕ ਬੈਠ ਕੇ ਮੈਚ ਦੇਖ ਸਕਣਗੇ। PM ਮੋਦੀ ਨੇ ਕਿਹਾ ਕਿ ਸਾਡਾ ਦੇਸ਼ ਸ਼ੁਰੂ ਤੋਂ ਹੀ ਪੁਰਸ਼ ਪ੍ਰਧਾਨ ਰਿਹਾ, ਲੇਕਿਨ ਜਦੋਂ ਤੋਂ ਸਾਡੀ ਸਰਕਾਰ ਬਣੀ ਆ, ਖੇਡ ਦੇ ਮੈਦਾਨ ਤੋਂ ਲੈ ਕੇ ਰਫੇਲ ਉਡਾਉਣ ਤੱਕ ਔਰਤਾਂ ਨੇ ਆਪਣੀ ਪ੍ਰਤਿਭਾ ਦਿਖਾਈ ਹੈ। ਉਹਨਾਂ ਕਿਹਾ ਕਿ ਮੁਦਰਾ ਯੋਜਨਾ ਸ਼ੁਰੂ ਕੀਤੀ, ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਦੇਸ਼ ਦੀ ਨਾਰੀ ਨੂੰ ਮਿਲਿਆ। ਜਿੰਨੇ ਵੀ ਛੋਟੇ ਵੱਡੇ ਉਦਯੋਗ ਸੀ ਜੋ ਬੰਦ ਹੋਣੇ ਸੀ, ਉਹਨਾਂ ਨੂੰ ਫਿਰ ਤੋਂ ਗਤੀ ਮਿਲੀ ਹੈ। ਔਰਤਾਂ ਅੱਜ ਦੇਸ਼ ਦੀ ਤਰੱਕੀ ਵਿੱਚ ਵੱਡੀ ਭੂਮਿਕਾ ਨਿਭਾ ਰਹੀਆਂ ਨੇ। ਉਹ ਆਪਣੇ ਹੁਨਰ ਨਾਲ ਆਪਣੇ ਖੇਤਰ ਵਿੱਚ ਪਛਾਣ ਬਣਾ ਰਹੀਆਂ ਨੇ। ਮੋਦੀ ਨੇ ਕਿਹਾ ਕਿ ਅੱਜ ਮੈਂ ਇੱਕ ਅਜਿਹੇ ਦਿਨ ਕਾਸ਼ੀ ਆਇਆ ਜਦੋਂ ਚੰਦਰਮਾ 'ਚ ਸ਼ਿਵ ਸ਼ਕਤੀ ਪੁਆਇੰਟ 'ਤੇ ਭਾਰਤ ਦੇ ਪਹੁੰਚਣ ਦਾ 1 ਮਹੀਨਾ ਪੂਰਾ ਹੋ ਗਿਆ। ਸ਼ਿਵ ਸ਼ਕਤੀ ਯਾਨੀ ਉਹ ਸਥਾਨ ਜਿੱਥੇ ਬੀਤੇ ਮਹੀਨੇ 23 ਤਰੀਕ ਨੂੰ ਸਾਡਾ ਚੰਦਰਯਾਨ ਲੈਂਡ ਹੋਇਆ ਸੀ। ਇੱਕ ਸ਼ਿਵ ਸ਼ਕਤੀ ਦਾ ਸਥਾਨ ਚੰਦਰਮਾ 'ਤੇ ਹੈ ਔਰ ਦੂਸਰਾ ਸ਼ਿਵ ਸ਼ਕਤੀ ਦਾ ਸਥਾਨ ਕਾਂਸ਼ੀ ਵਿੱਚ ਹੈ। ਉਹਨਾਂ ਕਿਹਾ ਕਿ ਅੱਜ ਕ੍ਰਿਕਟ ਜ਼ਰੀਏ ਦੁਨੀਆ ਭਾਰਤ 'ਚ ਜੁੜ ਰਹੀ ਹੈ। ਨਵੇਂ ਕ੍ਰਿਕਟ ਸਟੇਡੀਅਮ ਔਰ ਜਿਹੜੇ ਦੇਸ਼ ਆ ਉਹ ਖੇਡਣ ਆ ਰਹੇ ਨੇ। ਜ਼ਹਿਰ ਕਿ ਆਉਣ ਵਾਲੇ ਦਿਨਾਂ 'ਚ ਕ੍ਰਿਕਟ ਮੈਚਾਂ ਦੀ ਸੰਖਿਆ ਵੀ ਵਧਣ ਵਾਲੀ ਹੈ। ਜਦੋਂ ਮੈਚਾਂ ਦੀ ਸੰਖਿਆ ਵਧੇਗੀ, ਉਦੋਂ ਤੋਂ ਨਵੇਂ ਸਟੇਡੀਅਮ ਦੀ ਜ਼ਰੂਰਤ ਪਏਗੀ। ਉਦੋਂ ਬਨਾਰਸ ਦਾ ਇਹ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਇਸ ਮੰਗ ਨੂੰ ਪੂਰਾ ਕਰੇਗਾ। ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਦਾ ਨਾਮ ਭਾਰਤ ਰੱਖਣਾ ਚਾਹੁੰਦੀ ਸੀ BJP ਸਰਕਾਰ, ਇਸ ਲਈ ਵਿਸ਼ੇਸ਼ ਅਜਲਾਸ ਬੁਲਾਇਆ। ਫਿਰ ਇਸ ਬਿੱਲ ਨੂੰ ਰੋਕ ਕੇ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕਰ ਦਿੱਤਾ। ਕਾਂਗਰਸ ਨੇ ਰਾਜਸਥਾਨ ਦੇ ਵਿੱਚ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਜਿੱਥੇ ਸੈਂਟਰ ਸਰਕਾਰ ਤੇ ਜੰਮ ਕੇ ਨਿਸ਼ਾਨੇ ਲਏ ਨੇ, ਉੱਥੇ ਕਾਂਗਰਸ ਪਾਰਟੀ ਨੇ ਆਪਣਾ ਚੋਣਾਂ ਵਾਲਾ ਜਿਹੜਾ ਮੁਹਿੰਮ ਆ ਉਹ ਵੀ ਸ਼ੁਰੂ ਕਰ ਦਿੱਤੀ ਹੈ। ਜੈਪੁਰ 'ਚ ਵਰਕਰਾਂ ਦੇ ਸੰਮੇਲਨ ਨੂੰ ਕਾਂਗਰਸ ਨੇ ਵਾਅਦਾ ਕੀਤਾ ਕਿ ਅਗਰ ਕੇਂਦਰ ਸਰਕਾਰ ਕਾਂਗਰਸ ਦੀ ਆਉਂਦੀ ਆ ਅਗਵਾਈ 'ਚ ਤਾਂ ਉਸੇ ਵੇਲੇ ਹੀ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰ ਦਿੱਤਾ ਜਾਊਗਾ। ਸੰਮੇਲਨ 'ਚ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੇਸ਼ ਦਾ ਨਾਮ ਬਦਲਣਾ ਚਾਹੁੰਦੀ ਸੀ। ਉਹ ਇੰਡੀਆ ਦਾ ਨਾਮ ਭਾਰਤ ਰੱਖਣਾ ਚਾਹੁੰਦੇ, ਇਸ ਲਈ ਸੰਸਦ ਦਾ ਵਿਸ਼ੇਸ਼ ਅਜਲਾਸ ਬੁਲਾਇਆ, ਲੇਕਿਨ ਬਾਅਦ 'ਚ ਉਹਨਾਂ ਨੇ ਇਸ ਬਿੱਲ ਦੀ ਜਗ੍ਹਾ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕਰ ਦਿੱਤਾ।
ਉਹਨਾਂ ਕਿਹਾ ਕਿ ਪੂਰੇ ਵਿਪਕਸ਼ ਨੇ, ਪੂਰੀ ਵਿਰੋਧੀ ਧਿਰਾਂ ਨੇ ਮਹਿਲਾ ਰਾਖਵਾਂਕਰਨ ਦਾ ਸਮਰਥਨ ਕੀਤਾ, ਪਰ ਅਸੀਂ ਚਾਹੁੰਦੇ ਕਿ ਮਹਿਲਾ ਰਾਖਵਾਂਕਰਨ ਅੱਜ ਤੋਂ ਹੀ ਲਾਗੂ ਹੋਵੇ, ਲੇਕਿਨ ਭਾਰਤੀ ਜਨਤਾ ਪਾਰਟੀ 10 ਸਾਲ ਬਾਅਦ ਇਸ ਨੂੰ ਲਾਗੂ ਕਰਨਾ ਚਾਹੁੰਦੀ ਹੈ। ਮੋਦੀ OBC ਵਰਗ ਦੀ ਭਾਗੀਦਾਰੀ ਦੇਣਾ ਚਾਹੁੰਦੇ, ਲੇਕਿਨ ਜਾਤੀਗਤ ਜਨਗਣਨਾ ਤੋਂ ਕਿਉਂ ਡਰ ਰਹੇ ਨੇ। ਉਹਨਾਂ ਕਹੇ ਉਹ ਅਡਾਨੀ ਤੋਂ ਵੀ ਡਰਦੇ ਨੇ। BJP ਵਾਲੇ ਵੋਟ ਮੰਗਣ ਆਏ ਤਾਂ ਉਹਨਾਂ ਨੂੰ ਪੁੱਛਣਾ ਕਿ ਜਾਤੀਗਤ ਜਿਹੜੀ ਜਨਗਣਨਾ ਉਹ ਕਿਉਂ ਨਹੀਂ ਕਰਵਾ ਰਹੇ। ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮੱਲ ਅਰਜੁਨ ਖੜਗੇ ਨੇ ਕਿਹਾ ਕਿ 2024 ਵਿੱਚ ਕਾਂਗਰਸ ਸਰਕਾਰ ਆਈ ਤਾਂ ਤੁਰੰਤ ਮਹਿਲਾ ਰਾਖਵਾਂ ਬਿੱਲ ਲਾਗੂ ਕਰ ਦਿੱਤਾ ਜਾਊਗਾ। ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦੌਰਾਨ ਉਹਨਾਂ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਵੀ ਨਹੀਂ ਬੁਲਾਇਆ ਗਿਆ, ਇਹ ਰਾਸ਼ਟਰਪਤੀ ਦਾ ਅਪਮਾਨ ਹੈ। ਉਹਨਾਂ ਆਦੀਵਾਸੀ ਹੋਣ ਦੇ ਵਜ੍ਹਾ ਕਰਕੇ ਹੀ ਉਹਨਾਂ ਕਿਹਾ ਕਿ ਇਲਜ਼ਾਮ ਲਗਾਏ ਕਿ BJP ਸਰਕਾਰ ਨੇ ਦੇਸ਼ ਦੀ ਰਾਸ਼ਟਰਪਤੀ ਨੂੰ ਨਹੀਂ ਬੁਲਾਇਆ। ਇਸ ਤੋਂ ਪਹਿਲਾਂ ਉਹਨਾਂ ਕਿਹਾ ਕਿ ਰਾਮਨਾਥ ਕੋਵਿੰਦ ਜਦੋਂ ਦੇਸ਼ ਦੇ ਰਾਸ਼ਟਰਪਤੀ ਸੀ ਤਾਂ ਉਹਨਾਂ ਨੂੰ ਸੰਸਦ ਭਵਨ ਦੇ ਉਦਘਾਟਨ ਵਾਸਤੇ ਨਹੀਂ ਬੁਲਾਇਆ ਗਿਆ ਕਿਉਂਕਿ ਉਹ ਛੋਟੀ ਜਾਤੀ ਦੇ ਸੀ। ਉਹਨੇ ਕਿਹਾ ਕਿ BJP ਦੇ ਕਹਿਣ 'ਤੇ ਕੀਤਾ ਗਿਆ ਔਰ ਉਹ ਚਾਹੁੰਦੇ ਨਹੀਂ ਕਿ ਦਲਿਤ ਅਤੇ ਆਦੀਵਾਸੀ ਜਿਹੜੇ ਲੋਕ ਆ ਉਹ ਅੱਗੇ ਆਉਣ। ਰਾਹੁਲ ਗਾਂਧੀ ਨੇ ਵੀ ਕਿਹਾ ਕਿ ਮੋਦੀ ਸਰਕਾਰ ਨੇ ਨਾਮ ਬਦਲਣਾ ਚਾਹੁੰਦੇ ਸੀ ਪਰ ਸੰਸਦ ਦਾ ਵਿਸ਼ੇਸ਼ ਅਜਲਾਸ ਬੁਲਾ ਲਿਆ, ਇੰਡੀਆ ਨੂੰ ਭਾਰਤ ਕਿਹਾ, ਜਦ ਕਿ ਸੰਵਿਧਾਨ ਵਿੱਚ ਸਾਫ਼ ਲਿਖਿਆ ਕਿ ਇੰਡੀਆ ਦੈਟ ਇਜ਼ ਭਾਰਤ, ਯਾਨੀ ਇੰਡੀਆ ਹੀ ਭਾਰਤ ਹੈ। ਜਦੋਂ ਲੱਗਾ ਕਿ ਇਸ ਵਿੱਚ ਕੋਈ ਫਾਇਦਾ ਨਹੀਂ ਹੋਏਗਾ ਤੇ ਫਿਰ ਭਾਰਤ ਦੀ ਜਨਤਾ ਦਾ ਇਸ ਪਹਿਲੂ 'ਤੇ ਕੋਈ ਸਮਰਥਨ ਨਹੀਂ ਮਿਲਣਾ ਤਾਂ ਫਿਰ ਉਹ ਮਹਿਲਾ ਰਾਖਵਾਂਕਰਨ ਬਿੱਲ ਲੈ ਆਏ। ਰਾਹੁਲ ਗਾਂਧੀ ਨੇ ਵੀ ਕਿਹਾ ਕਿ ਪਿਛਲੇ ਦਿਨ BJP ਦਾ ਇੱਕ ਨੇਤਾ ਅੰਗਰੇਜ਼ੀ ਦੇ ਖਿਲਾਫ ਭਾਸ਼ਣ ਦੇ ਰਿਹਾ ਸੀ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ ਤਾਂ ਉਹਨਾਂ ਦੱਸਿਆ ਕਿ ਉਹਨਾਂ ਬੱਚੇ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪੜ੍ਹਦੇ ਨੇ। ਉਹਨਾਂ ਕਿਹਾ ਕਿ ਅਸਲ ਦੇ ਵਿੱਚ BJP ਦੇ ਨੇਤਾ ਨਹੀਂ ਚਾਹੁੰਦੇ ਕਿ ਆਮ ਲੋਕਾਂ ਦੇ ਬੱਚੇ ਵੀ ਅੰਗਰੇਜ਼ੀ ਪੜ੍ਹਨ ਜਾਂ ਅੰਗਰੇਜ਼ੀ ਸਿੱਖਣ, ਕਿਉਂਕਿ ਇਹ ਹਿੰਦੁਸਤਾਨ ਨੂੰ ਦੋ ਬਣਾਉਣਾ ਚਾਹੁੰਦੇ ਨੇ, ਇੱਕ ਗਰੀਬਾਂ ਦਾ ਇੱਕ ਅਮੀਰਾਂ ਦਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਵਿਗਿਆਨ ਭਵਨ ਵਿੱਚ ਇੰਟਰਨੈਸ਼ਨਲ ਲਾਇਰਜ਼ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ ਸੁਪਰੀਮ ਕੋਰਟ ਦੇ ਚੀਫ ਜਸਟਿਸ DY ਚੰਦਰਚੂੜ ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਦੇਸ਼ ਦੇ ਲੀਗਲ ਫਰੈਟਰਨਿਟੀ ਦੀ ਤਾਰੀਫ ਵੀ ਕੀਤੀ। ਇਸ ਮੌਕੇ ਨਰਿੰਦਰ ਮੋਦੀ ਨੇ ਕਾਨੂੰਨੀ ਕਾਰਵਾਈ ਨੂੰ ਲੈ ਕੇ ਲੋਕਾਂ ਲਈ ਆਸਾਨ ਬਣਾਉਣ ਵਾਸਤੇ ਵੀ ਗੱਲ ਰੱਖੀ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਕਾਨੂੰਨ ਆਪਣਾ ਲੱਗਣਾ ਚਾਹੀਦਾ, ਦੇਸ਼ ਦੀ ਪੰਚਾਇਤਾਂ ਇਸ ਦਾ ਉਦਾਹਰਨ ਮਿਲਦਾ ਹੈ। ਉਹਨਾਂ ਕਿਹਾ ਕਿ ਸਰਕਾਰ ਭਾਰਤ ਵਿੱਚ ਨਵੇਂ ਕਾਨੂੰਨ ਬਹੁਤ ਜ਼ਿਆਦਾ ਸਰਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਬਾਰ ਕੌਂਸਲ ਆਫ ਇੰਡੀਆ ਵੱਲੋਂ ਆਯੋਜਿਤ ਇਸ ਸੰਮੇਲਨ ਵਿੱਚ ਨਿਆਏ ਵੰਡ ਪ੍ਰਣਾਲੀ ਵਿੱਚ ਮੌਜੂਦਾ ਜਿਹੜੀਆਂ ਚੁਣੌਤੀਆਂ ਉਹਨੂੰ ਲੈ ਕੇ ਵਿਸ਼ੇ 'ਤੇ ਕਾਨਫਰੰਸ ਚੱਲ ਰਹੀ ਹੈ। ਇਸ ਸੰਮੇਲਨ 23 ਅਤੇ 24 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕਾਨਫਰੰਸ ਵਿੱਚ ਲਾਰਡ ਚਾਂਸਲਰ ਆਫ ਇੰਗਲੈਂਡ, ਬਾਰ ਐਸੋਸੀਏਸ਼ਨ ਆਫ ਇੰਗਲੈਂਡ ਦੇ ਵੀ ਡੈਲੀਗੇਟ ਸ਼ਾਮਲ ਹੋਏ ਨੇ। ਇਸ ਮੌਕੇ PM ਨੇ ਕੁਝ ਵੱਡੀਆਂ ਗੱਲਾਂ ਕਹੀਆਂ ਨੇ। ਉਹਨਾਂ ਕਿਹਾ ਕਿ ਦੁਨੀਆ ਭਰ ਦੀ ਲੀਗਲ ਫਰਟਰਨਿਟੀ ਦੇ ਜਿਹੜੇ ਵੱਡੇ ਲੋਕਾਂ ਨੂੰ ਮਿਲਣ ਲਈ ਉਹਨਾਂ ਦਾ ਇੱਕ ਵਧੀਆ ਤਜਰਬਾ ਰਿਹਾ। ਇਸ ਕਾਨਫਰੰਸ ਵਿੱਚ UK, ਕਾਮਨਵੈਲਥ ਅਤੇ ਅਫਰੀਕੀ ਦੇਸ਼ਾਂ ਦੇ ਡੈਲੀਗੇਟ ਹਿੱਸਾ ਲੈ ਰਹੇ ਨੇ। ਇੱਕ ਤਰ੍ਹਾਂ ਨਾਲ ਇੰਟਰਨੈਸ਼ਨਲ ਲਾਇਰ ਕਾਨਫਰੰਸ ਵਸੂਦੇਵ ਕੁਟੁੰਬ ਦੀ ਭਾਰਤ ਦੀ ਭਾਵਨਾ ਦਾ ਪ੍ਰਤੀਬਿੰਬ ਬਣ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਲੀਗਲ ਫਰੈਟਰਨਿਟੀ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਭਾਰਤ ਵਿੱਚ ਵਰਸ਼ਾਂ ਤੋਂ ਜੁਡੀਸ਼ਰੀ ਅਤੇ ਬਾਰ ਦੇਸ਼ ਦੀ ਨਿਆਂ ਵਿਵਸਥਾ ਦੇ ਰੱਖਕ ਰਹੇ ਨੇ। ਕੁਝ ਸਾਲ ਪਹਿਲੇ ਭਾਰਤ ਨੇ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕੀਤੇ ਨੇ। ਆਜ਼ਾਦੀ ਦੀ ਲੜਾਈ 'ਚ ਲੀਗਲ ਪ੍ਰੋਫੈਸ਼ਨਲ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। PM ਨੇ ਵੀ ਕਿਹਾ ਕਿ ਅੱਜ ਇਹ ਕਾਨਫਰੰਸ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਭਾਰਤ ਕਈ ਇਤਿਹਾਸਕ ਫੈਸਲਿਆਂ ਦਾ ਗਵਾਹ ਬਣਿਆ। ਇੱਕ ਦਿਨ ਪਹਿਲਾਂ ਹੀ ਭਾਰਤੀ ਸੰਸਦ ਨੇ ਲੋਕ ਸਭਾ ਅਤੇ ਵਿਧਾਨ ਸਭਾ 'ਚ ਔਰਤਾਂ ਨੂੰ 33% ਰਾਖਵਾਂ ਦੇ ਲਈ ਕਾਨੂੰਨ ਪਾਸ ਕੀਤਾ ਹੈ। ਨਾਰੀ ਸ਼ਕਤੀ ਵੰਦਨ ਕਾਨੂੰਨ ਭਾਰਤ ਵਿੱਚ ਔਰਤਾਂ ਦੇ ਅਗਵਾਈ ਵਿੱਚ ਵਿਕਾਸ ਨੂੰ ਨਵੀਂ ਦਿਸ਼ਾ ਅਤੇ ਨਵੀਂ ਊਰਜਾ ਦੇਵੇਗਾ। ਕਾਂਗਰਸ ਪਾਰਟੀ ਦੇ ਸਾਂਸਦ ਜੈਰਾਮ ਰਮੇਸ਼ ਨੇ ਸੰਸਦ ਦੀ ਪੁਰਾਣੀ ਅਤੇ ਨਵੀਂ ਇਮਾਰਤ ਦੀ ਤੁਲਨਾ ਕੀਤੀ। ਉਹਨਾਂ ਪੁਰਾਣੀ ਇਮਾਰਤ ਨੂੰ ਬਿਹਤਰ ਦੱਸਿਆ। ਉਹਨਾਂ ਕਿਹਾ ਕਿ ਨਵੀਂ ਸੰਸਦ ਜਿਹਨੂੰ ਬਹੁਤ ਜ਼ੋਰ ਸ਼ੋਰ ਦੇ ਨਾਲ ਲਾਂਚ ਕੀਤਾ ਗਿਆ ਉਹ PM ਦੇ ਉਦੇਸ਼ਾਂ ਨੂੰ ਅੱਛੀ ਤਰ੍ਹਾਂ ਪੂਰਾ ਕਰ ਰਹੀ ਹੈ। ਇਹਨੂੰ ਮੋਦੀ ਮਲਟੀਪਲੈਕਸ ਜਾਂ ਮੋਦੀ ਮੈਰੀਅਟ ਕਹਿਣਾ ਚਾਹੀਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਨਵੀਂ ਸੰਸਦ ਦੇ ਕਾਰਜਕਾਰੀ ਸ਼ੁਰੂ ਹੋਣ ਦੇ 4 ਦਿਨ ਬਾਅਦ ਹੀ ਸੰਸਦ ਦੇ ਦੋਨਾਂ ਸਦਨਾਂ ਅਤੇ ਲੌਬੀ ਤੱਕ ਮੈਂ ਜੋ ਦੇਖਿਆ ਉਹਨੂੰ ਸੰਵਾਦ ਦੀ ਮੌਤ ਹੀ ਕਹਿ ਸਕਦੇ। ਅਗਰ ਆਰਕੀਟੈਕਟ ਨੇ ਸੰਵਿਧਾਨ ਮਰ ਸਕਦਾ ਤਾਂ ਫਿਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸੰਵਿਧਾਨ ਨੂੰ ਦੁਬਾਰਾ ਲਿਖੇ ਬਿਨਾਂ ਹੀ ਉਸ ਦੀ
ਹੱਤਿਆ ਕਰਨ ਵਿੱਚ ਸਫਲ ਹੋਏ ਨੇ। ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ JP ਨੱਡਾ ਨੇ ਕਿਹਾ ਕਿ ਕਾਂਗਰਸ ਹੇਠਲੇ ਪੱਧਰ ਦੇ ਮੁਕਾਬਲੇ ਵਿੱਚ ਬੇਹੱਦ ਘਟੀਆ ਸੋਚ ਹੈ। ਉਹਨਾਂ ਕਿਹਾ ਕਿ ਔਰ ਕੋਈ ਘੱਟੋ ਘੱਟ 144 ਕਰੋੜ ਭਾਰਤੀ ਉਮੀਦਾਂ ਦਾ ਇਹ ਅਪਮਾਨ ਵਾਲੀ ਗੱਲ ਹੈ। ਵੈਸੇ ਵੀ ਉਹਨਾਂ ਕਿਹਾ ਕਿ ਪਹਿਲੀ ਵਾਰ ਨਹੀਂ ਜਦੋਂ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਅਜਿਹੀ ਗੱਲ ਕੀਤੀ ਹੈ। ਉਹਨਾਂ ਕਿਹਾ 1975 ਵਿੱਚ ਉਹਨਾਂ ਦੀ ਕੋਸ਼ਿਸ਼ ਸੀ ਜੋ ਬੁਰੀ ਤਰ੍ਹਾਂ ਫੇਲ ਸਾਬਤ ਹੋਈ। 21 ਸਤੰਬਰ ਨੂੰ ਲੋਕ ਸਭਾ 'ਚ ਚੰਦਰਯਾਨ ਤੇ ਚਰਚਾ ਦੇ ਦੌਰਾਨ BJP ਦੇ ਲੋਕ ਸਭਾ ਮੈਂਬਰ ਰਮੇਸ਼ ਬਦੂੜੀ ਨੇ ਬਹੁਜਨ ਸਮਾਜ ਪਾਰਟੀ ਦੇ ਸਾਂਸਦ ਦਾਨਿਸ਼ ਤੇ ਜਿਹੜੀ ਬਹੁਤ ਮਾੜੀ ਟਿੱਪਣੀ ਕੀਤੀ, ਉਸ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ। ਵਿਰੋਧੀ ਧਿਰ ਦੀਆਂ 4 ਪਾਰਟੀਆਂ ਨੇ BSP ਦੇ MP ਦਾ ਸਮਰਥਨ ਕਰਦੇ ਹੋਏ BJP ਦੇ MP ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕਾਂਗਰਸ, DMK, NCP ਅਤੇ TMC ਨੇ ਸਪੀਕਰ ਓਮ ਬਿਰਲਾ ਦੇ ਨਾਲ ਗੱਲ ਕੀਤੀ ਤੇ ਇੱਕ ਚਿੱਠੀ ਵੀ ਲਿਖੀ ਹੈ। ਇਹ ਵੀ ਮੰਗ ਕੀਤੀ ਗਈ ਹੈ ਕਿ BJP ਦੇ MP ਦੇ ਖਿਲਾਫ ਚਰਿੱਤਰ ਅਤੇ ਟਿੱਪਣੀਆਂ ਦਾ ਮਾਮਲਾ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਿਆ ਜਾਵੇ ਔਰ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਵਿਰੋਧੀ ਦਲ ਵੱਲੋਂ ਲਿਖੀ ਚਿੱਠੀ 'ਚ ਕਾਂਗਰਸ ਨੇਤਾ ਅਜੀਤ ਰੰਜਨ ਚੌਧਰੀ ਨੇ ਉਦਾਹਰਨ ਦਿੱਤਾ, ਜਿਨ੍ਹਾਂ ਮੌਨਸੂਨ ਅਜਲਾਸ 'ਚ ਇੱਕ ਅਪਮਾਨਜਨਕ ਟਿੱਪਣੀ ਲਈ ਉਹਨੂੰ ਸਸਪੈਂਡ ਕਰ ਦਿੱਤਾ ਸੀ, ਲੇਕਿਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਸਪੀਕਰ ਨੂੰ ਚਿੱਠੀ ਲਿਖਣ ਵਾਲਿਆਂ 'ਚ ਅਜੀਤ ਰੰਜਨ ਚੌਧਰੀ ਵੀ ਸ਼ਾਮਲ। ਉਹਨਾਂ ਲਿਖਿਆ ਕਿ ਦਾਨਿਸ਼ ਅਲੀ ਇੱਕ ਘੱਟ ਗਿਣਤੀਆਂ ਭਾਈਚਾਰੇ ਨਾਲ ਸੰਬੰਧ ਰੱਖਦਾ, ਉਹਨਾਂ ਦੇ ਖਿਲਾਫ ਗੈਰ ਸੰਸਦੀ ਜਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਇਸ ਵਿੱਚ ਇਸ ਤੋਂ ਬਾਅਦ ਖੇਦਜਨਕ ਹੋਏਗਾ ਕਿ ਇਹ ਘਟਨਾ ਉਸ ਸਮੇਂ ਹੋਈ ਜਦ ਸੰਸਦ ਦੇ ਇਤਿਹਾਸ 'ਚ 75 ਵਰਸ਼ ਪੂਰੇ ਹੋਣ ਦੇ ਜਸ਼ਨ ਮਨਾਇਆ ਜਾ ਰਿਹਾ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਇਸ ਮਾਮਲੇ ਨੂੰ ਵਿਸ਼ੇਸ਼ਾਧਿਕਾਰ ਕਮੇਟੀ ਨੂੰ ਭੇਜ ਦੇਣਾ ਚਾਹੀਦਾ ਔਰ ਦੋਸ਼ੀ ਮੈਂਬਰ ਰਮੇਸ਼ ਬਦੂੜੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਇਸ ਪੱਤਰ ਦੇ ਵਿੱਚ DMK ਨੇਤਾ ਕੰਨਾਮੋਈ, TMC ਸਾਂਸਦ ਅਪਰੂਮਾ ਪੋਦਾਰ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸਾਂਸਦ ਸੁਪ੍ਰਿਆ ਸੁਲੇ ਨੇ ਵੀ ਦਸਤਖਤ ਕੀਤੇ। ਸੁਪ੍ਰਿਆ ਸੁਲੇ ਨੇ ਕਿਹਾ ਕਿ ਰਮੇਸ਼ ਬਦੂੜੀ ਅਕਸਰ ਅਜਿਹਾ ਕਰਦੇ ਰਹਿੰਦੇ ਨੇ, ਸਿਰਫ ਚੇਤਾਵਨੀ ਦੇਣ ਦੇ ਨਾਲ ਕੰਮ ਨਹੀਂ ਬਣਨਾ ਹੈਗਾ। ਕੰਨਾਮੋਈ ਨੇ ਆਪਣੇ ਪੱਤਰ 'ਚ ਕਿਹਾ ਕਿ ਆਪਣੇ ਭਾਸ਼ਣ ਦੌਰਾਨ ਰਮੇਸ਼ ਬਦੂੜੀ ਨੇ ਦਾਨਿਸ਼ ਅਲੀ ਦੇ ਖਿਲਾਫ ਸਭ ਤੋਂ ਜ਼ਿਆਦਾ ਖਰਾਬ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ, ਜੋ ਲੋਕ ਸਭਾ ਕਾਰਵਾਈ ਦਾ ਹਿੱਸਾ ਹੈ। ਇੱਕ ਦੇਸ਼ ਇੱਕ ਚੋਣ ਦੇ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਹਾਈ ਲੈਵਲ ਦੀ ਜਿਹੜੀ ਕਮੇਟੀ ਦੀ ਪਹਿਲੀ ਮੀਟਿੰਗ ਹੋਈ। ਇਸ ਵਿੱਚ ਫੈਸਲਾ ਕੀਤਾ ਗਿਆ ਕਿ ਇੱਕ ਸਮੇਂ ਚੋਣਾਂ ਕਰਾਉਣ ਦਾ ਜਿਹੜਾ ਮੁੱਦਾ ਵਾ ਉਹ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਨਾਲ ਵਿਚਾਰ ਕੀਤਾ ਜਾਵੇ। ਇਸ ਮੁੱਦੇ 'ਤੇ ਸੁਝਾਅ ਦੇਣ ਲਈ ਲਾ ਕਮਿਸ਼ਨ ਨੂੰ ਵੀ ਸੱਦਿਆ ਗਿਆ। ਦਿੱਲੀ ਦੇ ਜੋਧਪੁਰ ਆਫਿਸਰ ਹੋਸਟਲ ਦੇ ਵਿੱਚ ਹੋਈ ਇਸ ਬੈਠਕ ਦੇ ਵਿੱਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਬਾਕੀ ਮੈਂਬਰ ਵੀ ਸ਼ਾਮਲ ਹੋਏ। ਸਾਬਕਾ ਰਾਸ਼ਟਰਪਤੀ ਦੀ ਅਗਵਾਈ ਵਿੱਚ ਬਣਾਈ ਗਈ ਕਮੇਟੀ 'ਚ 2 ਸਤੰਬਰ ਨੂੰ ਕਮੇਟੀ ਬਣੀ ਸੀ। ਇਸ ਕਮੇਟੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਬਕਾ ਲੋਕ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਸਮੇਤ 8 ਮੈਂਬਰ ਨੇ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਕਮੇਟੀ ਦੇ ਸਪੈਸ਼ਲ ਮੈਂਬਰ ਬਣਾਏ ਗਏ ਨੇ। ਭਾਰਤ ਵਿੱਚ ਫਿਲਹਾਲ ਸੂਬਿਆਂ ਵਿੱਚ ਵਿਧਾਨ ਸਭਾ ਦੇਸ਼ ਦੇ ਲੋਕ ਸਭਾ ਚੋਣਾਂ ਅਲੱਗ-ਅਲੱਗ ਸਮੇਂ ਹੁੰਦੀਆਂ ਨੇ। ਵਨ ਨੇਸ਼ਨ ਵਨ ਐਕਸ਼ਨ ਦਾ ਮਤਲਬ ਹੈ ਕਿ ਪੂਰੇ ਦੇਸ਼ ਵਿੱਚ ਇੱਕ ਵੇਲੇ ਹੀ ਲੋਕ ਸਭਾ ਅਤੇ ਵਿਧਾਨ ਸਭਾ ਦੇ ਚੋਣਾਂ ਕਰਵਾਈਆਂ ਜਾਣ। ਆਜ਼ਾਦੀ ਤੋਂ ਬਾਅਦ 1952, 1957, 1962 ਅਤੇ 1967 ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਇੱਕੋ ਸਮੇਂ ਹੁੰਦੀਆਂ ਸੀ, ਪਰ 1968 ਅਤੇ 1969 ਵਿੱਚ ਕਈ ਵਿਧਾਨ ਸਭਾ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ 1970 ਵਿੱਚ ਲੋਕ ਸਭਾ ਵੀ ਭੰਗ ਕਰ ਦਿੱਤੀ ਗਈ ਸੀ। ਇਸ ਵਜ੍ਹਾ ਦੇ ਨਾਲ ਦੇਸ਼ ਵਿੱਚ ਇੱਕ ਦੇਸ਼ ਇੱਕ ਚੋਣ ਦੀ ਜਿਹੜੀ ਪਰੰਪਰਾ ਉਹ ਟੁੱਟ ਗਈ ਸੀ। ਕਰਨਾਟਕਾ ਦੀ ਜਨਤਾ ਦਲ ਸੈਕੂਲਰ ਪਾਰਟੀ ਜਿਹੜੀ ਅਧਿਕਾਰੀ ਤੌਰ 'ਤੇ ਰਾਸ਼ਟਰੀ ਜਿਹੜੀ NDA ਦੇ ਵਿੱਚ ਜਿਹੜੀ ਸ਼ਾਮਲ ਹੋ ਗਈ ਆ। 22 ਸਤੰਬਰ ਨੂੰ JDS ਦੇ ਸੀਨੀਅਰ ਨੇਤਾ ਤੇ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ HD ਕੁਮਾਰਾਸਵਾਮੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਐਲਾਨ ਕੀਤਾ ਸੀ। ਕਰਨਾਟਕਾ ਦੇ ਮੰਤਰੀ ਅਤੇ ਕਾਂਗਰਸ ਨੇਤਾ ਖੜਗੇ ਨੇ ਕਿਹਾ ਕਿ ਇਸ ਗਠਬੰਧਨ ਨੂੰ ਲੈ ਕੇ ਉਹਨਾਂ ਨੇ JDS 'ਤੇ ਤੰਜ ਵੀ ਕੱਸਿਆ। ਉਹਨਾਂ ਕਿਹਾ ਕਿ JDS ਨੂੰ ਚੋਣ ਕਮਿਸ਼ਨ ਨੂੰ ਪੱਤਰ ਲਿਖਣਾ ਚਾਹੀਦਾ ਤੇ ਆਪਣੀ ਪਾਰਟੀ ਦੇ ਨਾਮ 'ਤੇ ਸੈਕੂਲਰ ਸ਼ਬਦ ਹਟਾ ਦੇਣਾ ਚਾਹੀਦਾ, ਕਿਉਂਕਿ ਇੱਕ ਸਮੇਂ ਤੁਸੀਂ ਧਰਮ ਨਿਰਪੱਖ ਹੋਣ ਦਾ ਦਾਅਵਾ ਕਰਦੇ ਸੀ, ਲੇਕਿਨ ਉਸ ਸਮੇਂ ਤੁਸੀਂ ਆਜ਼ਾਦ ਭਾਰਤ ਦੇ ਇਤਿਹਾਸ ਦੀ ਸਭ ਤੋਂ ਫਿਰਕੂ ਪਾਰਟੀ ਦਾ ਸਾਥ ਦੇ ਰਹੇ ਹੋ। ਉਹਨਾਂ ਇਹ ਵੀ ਕਿਹਾ ਕਿ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਹੀ ਕਿਉਂਕਿ ਅਗਰ ਤੁਸੀਂ ਦੇਖੋਗੇ ਕਿ ਕਰਨਾਟਕਾ ਚੋਣਾਂ 'ਚ ਹਰਾਉਣ ਤੋਂ ਬਾਅਦ BJP ਦੇ ਕੇਂਦਰੀ ਅਗਵਾਈ ਦੇ ਵਿੱਚ ਜਿਹੜਾ ਉਹਨਾਂ ਨੇ ਸੂਬਾ ਲੋਕਾਂ ਦੇ ਵਿੱਚ ਆਪਣਾ ਭਰੋਸਾ ਖੋ ਦਿੱਤਾ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਕਿ JDS ਉਹਨਾਂ ਦੀ ਪਹਿਲੀ ਚੁਆਇਸ ਸੀ ਤੇ ਰਾਜ ਵਿੱਚ BJP JDS ਦੇ
ਲਈ ਇਹ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ। ਇਸ ਗੱਠਜੋੜ ਨੂੰ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਕਿੰਨਾ ਫਾਇਦਾ ਹੋਏਗਾ ਜਾਂ ਕਿੰਨਾ ਅਸਰ ਹੋਏਗਾ, ਇਸ ਬਾਰੇ ਕਾਂਗਰਸ ਦੇ ਨੇਤਾ ਨੇ ਕਿਹਾ ਕਿ ਜਿੰਨਾ ਮਰਜ਼ੀ ਆਪਸ ਦੇ ਵਿੱਚ ਭਾਈਚਾਰਾ ਦਿਖਾਇਆ ਜਾਵੇ, ਲੇਕਿਨ ਕਰਨਾਟਕਾ ਦੀ ਕਿਸਮਤ ਤੇ ਕੋਈ ਅਸਰ ਨਹੀਂ ਪਏਗਾ। ਸੂਬੇ ਵਿੱਚ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਹੀ ਜਿੱਤੇਗੀ। ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਹੀ ਸਮਾਪਤ ਕਰਦੇ ਹਾਂ। ਵਧੇਰੇ ਖਬਰਾਂ ਜਾਣਨ ਲਈ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।